हैरी है जी। ਕਿਹੜੀ ਜਗ੍ਹਾ ਰਹਿੰਦੇ ਤੁਸੀਂ ਸਰ? मैं मोहाली फेज 7 च रहना जी पंजाब। ਤੇ ਸਰ ਕੀ ਕੋਈ ਵਾਰਦਾਤ ਹੋਈ ਹੈ ਤੁਹਾਡੇ ਇੱਥੇ ਕਿ ਉਸ ਬਾਰੇ ਜਾਣਕਾਰੀ ਦਿਓ ਥੋੜੀ। ਇਹ ਵਾਰਦਾਤ ਜੀ ਇਹ ਕੋਈ ਫਸਟ ਟਾਈਮ ਨਹੀਂ ਹੋਈ, ਇਹ ਮੇਰੇ ਨਾਲ ਚੌਥੀ ਤੇ ਪੰਜਵੀਂ ਵਾਰੀ ਵਾਰਦਾਤ ਹੋਈ ਹੈ। ਇਹ ਵਾਰਦਾਤ ਲਗਾਤਾਰ ਹੁੰਦੀ ਜਾ ਰਹੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਅਵਗਤ ਕਰਾਇਆ ਕਾਫੀ ਵਾਰੀ, ਲੇਕਿਨ ਪ੍ਰਸ਼ਾਸਨ ਇੰਨੀ ਢਿੱਲ ਵਰਤਦਾ ਹੈ ਕਿ ਉਹ ਸ਼ਾਇਦ ਮੇਰੇ ਖਿਆਲ ਨਾਲ ਵੇਟ ਕਰ ਰਿਹਾ ਕਿ ਕੋਈ ਵੱਡਾ ਇਨਸੀਡੈਂਟ ਜਦ ਤੱਕ ਨਾ ਹੋ ਜਾਏ, ਜਾਨੋਂ ਮੰਨ ਲਓ ਕੋਈ ਨਾ ਹੋ ਜਾਏ ਪਰਿਵਾਰ ਤੇ ਜਾਂ ਮੇਰੇ ਤੇ, ਜਦ ਤੱਕ ਮੈਂ ਅਸੀਂ ਕੋਈ ਵੱਡਾ ਐਕਸ਼ਨ ਨਹੀਂ ਲਵਾਂਗੇ। ਹੋਇਆ ਕੀ ਹੈ ਹੁਣ ਜੁਲਾਈ ਦੇ ਵਿੱਚ ਵੀ, ਇਸੀ ਸਾਲ ਦੇ ਵਿੱਚ ਜੁਲਾਈ ਦੇ ਵਿੱਚ ਵੀ ਮੇਰੀ ਗੱਡੀ ਦੇ ਨਾਲ ਤੋੜ ਫਰੋੜ ਕੀਤੀ ਗਈ ਹੈ, ਠੀਕ ਹੈ, ਨੁਕਸਾਨ ਪਹੁੰਚਾਇਆ ਗਿਆ ਹੈ। ਤੇ ਉਹਦੇ ਬਾਅਦ ਹੁਣ ਅੱਜ 17 ਤਰੀਕ ਨੂੰ ਵੀ ਰਾਤੀ ਘੱਟੋ ਘੱਟ 12:40 ਤੇ ਮੇਰੀ ਗੱਡੀ ਦਾ ਇਹ 3 ਅਣਪਛਾਤੇ ਲੋਕਾਂ ਨੇ ਅਟੈਕ ਕੀਤਾ ਹੈ। ਐਕਟਿਵਾ ਤੇ ਆਏ ਸੀਗੇ, ਐਕਟਿਵਾ ਸਵਾਰ ਸੀਗੇ, ਆਏ ਇਹਨਾਂ ਵਿੱਚੋਂ ਇੱਕ ਬੰਦਾ ਉਤਰਿਆ ਤੇ ਉਹਨੇ ਇੱਟ ਮਾਰ ਕੇ ਫਰੰਟ ਸ਼ੀਸ਼ਾ ਉਹਨੇ ਡੈਮੇਜ ਕਰਤਾ ਤੇ ਉੱਥੋਂ ਉਹ ਕੱਲਾ ਭੱਜਿਆ। ਉਹ ਸੀਸੀਟੀ ਕੈਮਰੇ ਦੇ ਵਿੱਚ ਵੀ ਰਿਕਾਰਡ ਹੈਗਾ। ਤੇ ਦੋਨੋਂ ਜਿਹੜੇ ਐਕਟਿਵਾ ਸਵਾਰ ਸੀਗੇ ਉਹ ਐਕਟਿਵਾ ਲੈ ਕੇ ਨਾਲ ਉਹਦੇ ਭੱਜੇ ਤੇ ਅੱਗੇ ਜਾ ਕੇ ਉਹਨਾਂ ਨੇ ਉਹਨੂੰ ਬਿਠਾਇਆ ਤੇ ਉੱਥੋਂ ਫਰਾਰ ਹੋ ਗਏ। ਤੇ ਇਹਦੀ ਮੈਂ ਇਤਲਾਹ ਵੀ ਦਿੱਤੀ ਹੈਗੀ ਹੈ ਰਾਤੀ 112 ਨੰਬਰ ਜਿਹੜਾ ਵੀ ਪੁਲਿਸ ਦਾ ਹੈਲਪਲਾਈਨ ਨੰਬਰ 100 ਜੋ ਵੀ ਹੈ ਉਹ ਤੇ ਦਿੱਤੀ ਹੈ। ਉਹਦੇ ਬਾਅਦ ਵੀ PCR ਆਂਦੀ ਹੈਗੀ ਹੈ, ਕਹਿੰਦੀ ਇਹ ਤੁਸੀਂ ਉੱਚ ਅਧਿਕਾਰੀਆਂ ਨਾਲ ਸੰਪਰਕ ਕਰੋ, ਇਹ ਕਰੋ। ਇਹ ਤਾਂ ਉਹ ਗੱਲ ਹੋ ਗਈ ਕਿ ਬਾਰ-ਬਾਰ ਤੁਸੀਂ ਮਤਲਬ ਪੁਲਿਸ ਦਾ ਤਾਂ ਮਜ਼ਾਕ ਹੀ ਬਣਾਇਆ। ਗੈਂਗਸਟਰਵਾਦ ਚੱਲ ਰਿਹਾ ਪੰਜਾਬ ਦੇ ਵਿੱਚ। ਮੈਨੂੰ ਤਾਂ ਆਪਣੇ ਪਰਿਵਾਰ ਦਾ ਇੰਨਾ ਮਤਲਬ ਖਤਰਾ ਹੈ। ਰੋਜ਼ ਮੈਂ ਤਾਂ ਬਾਹਰ ਵੀ ਹੁੰਦਾ, ਕਈ ਵਾਰੀ ਮੇਰਾ ਛੋਟਾ ਬ੍ਰਦਰ, ਅਸੀਂ ਸਾਰਾ ਆਣਾ ਜਾਣਾ ਬਿਜ਼ਨਸ ਵੀ ਹੈਗਾ। ਜੇ ਐਵੇਂ ਹੁੰਦਾ ਰਿਹਾ ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਅਸੀਂ ਸੇਫ ਹੈਗੇ ਪੰਜਾਬ 'ਚ ਰਹਿਣ ਵਾਸਤੇ। ਜ਼ਿਆਦਾ ਹੋਇਆ ਤਾਂ ਮੈਂ ਇਹਨਾਂ ਨੂੰ SSP ਸਾਹਿਬ ਨੂੰ ਵੀ ਬਕਾਇਦਾ ਲੈਟਰ ਦੇ ਵਿੱਚ ਮੈਂ ਲਿਖ ਕੇ ਦਿੱਤਾ ਹੈਗਾ ਕਿ ਜੇ ਸਾਡੀ ਸੇਫਟੀ ਨਹੀਂ ਕੀਤੀ ਜਾ ਸਕਦੀ ਤੇ ਅਸੀਂ ਪੰਜਾਬ ਛੱਡ ਸਕਦੇ ਹਾਂ, ਸਾਨੂੰ ਲਿਖਤ ਤੌਰ ਦੇ ਵਿੱਚ ਇਹਨੂੰ ਦੇ ਦਿਓ, ਅਸੀਂ ਛੱਡ ਦਾਂਗੇ। ਕੰਪਲੇਂਟ ਕੀਤੀ ਹੈ ਕੋਈ? ਮੈਂ ਜੀ SSP ਮੋਹਾਲੀ ਨੂੰ ਵੀ ਕੰਪਲੇਂਟ ਦਿੱਤੀ ਹੈਗੀ ਹੈ, ਠੀਕ ਹੈ ਜੀ। ਕਦੋਂ ਕੰਪਲੇਂਟ ਕਦੋਂ ਕੀਤੀ ਤੁਸੀਂ? ਇਹ ਕੰਪਲੇਂਟ ਮੈਂ ਅੱਜ ਹੀ ਇਹਨਾਂ ਨੂੰ ਮੈਂ ਸਾਰੀਆਂ ਦੇ ਕੇ ਆਇਆ ਜੀ, ਰਿਟਨ ਕੰਪਲੇਂਟ ਦੇ ਕੇ ਆਇਆ ਇਹ ਸੁਪਰੀਡੈਂਟ ਸਾਹਿਬ, ਠੀਕ ਹੈ ਜੀ। ਮੈਂ ਉਹਦੇ ਬਾਅਦ ਮੈਂ ਆਪਾਂ ਹੋਮ ਮਿਨਿਸਟਰੀ ਦੇ ਵਿੱਚ ਵੀ ਮੈਂ ਇਹਨੂੰ ਭੇਜਤੀ ਹੈਗੀ ਹੈ ਜੀ, ਠੀਕ ਹੈ ਜੀ। ਤੇ ਮੈਂ ਹਿਊਮਨ ਰਾਈਟ ਕਮਿਸ਼ਨ 'ਚ ਵੀ ਭੇਜੀ ਹੈਗੀ ਹੈ ਜੀ। ਤੁਸੀਂ ਇੱਕ ਲੈਟਰ ਹੈਡ ਦੇ ਉੱਤੇ ਕੰਪਲੇਂਟ ਲਿਖੀ, ਕੀ ਇਹ ਲੈਟਰ ਹੈਡ ਤੁਸੀਂ ਕੋਈ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ? ਨਹੀਂ, ਇਹ ਰਾਜਨੀਤਿਕ ਪਾਰਟੀ ਤੋਂ ਨਹੀਂ ਹੈ ਜੀ। ਇੱਕ ਸੋਸ਼ਲ ਐਕਟੀਵਿਟੀ ਦੇ ਇੱਕ ਹਿਊਮਨ ਰਾਈਟਸ ਦਾ ਕਮਿਸ਼ਨ ਦਾ ਇੱਕ ਸੰਸਥਾ ਹੈਗੀ ਹੈ, ਜਿਹੜਾ ਗਾਈਡਲਾਈਨਸ ਦੇ ਹਿਊਮਨ ਰਾਈਟ ਕਮਿਸ਼ਨ ਦੇ ਅੰਡਰ ਹੈਗੀ ਹੈ, ਮਤਲਬ ਗਾਈਡੈਂਸ ਦੇ ਵਿੱਚ ਹੈਗੀ ਹੈ। ਉਹਦੇ ਥਰੂ ਮੈਂ ਦਿੱਤੀ ਹੈ ਕਿਉਂਕਿ ਮੈਂ ਹੁਣੀ ਜਿਹੜਾ ਪਾਰਟੀ ਦੇ ਨਵਾਂ ਜਿਹੜਾ ਸੰਗਠਨ ਹੈ, ਦੁਬਾਰਾ ਢਾਂਚਾ ਤਿਆਰ ਹੋ ਰਿਹਾ, ਠੀਕ ਹੈ ਜੀ। ਬਟ ਜਿਹੜਾ ਮੇਰਾ ਮੇਨ ਜੋ ਰੁਝਾਓ ਹੈ ਪਾਰਟੀ ਨਹੀਂ, ਮੇਰਾ ਮੇਨ ਰੁਝਾਓ ਹੈਗਾ ਲੋਕਾਂ ਦੇ ਵਿੱਚ, ਲੋਕਾਂ ਦੀ ਸੇਵਾ ਕਰਨਾ। ਕੀ ਲੱਗਦਾ ਤੁਹਾਨੂੰ ਕੌਣ ਬੰਦੇ ਨੇ? ਤੁਸੀਂ ਕਿਹਾ ਕਿ 2 ਵਾਰ ਅਟੈਕ ਹੋ ਚੁੱਕੇ ਇਸ ਤਰ੍ਹਾਂ। ਇਹ 2 ਵਾਰੀ ਨਹੀਂ ਭਾਈ ਸਾਹਿਬ, ਇਹ ਘੱਟੋ ਘੱਟ ਚੌਥੀ ਵਾਰੀ ਅਟੈਕ ਹੋਇਆ। ਤੇ ਜਿਹੜੀ ਮੈਂ ਕੰਪਲੇਂਟ ਦਿੱਤੀ ਹੈ, ਮੈਂ ਪੰਜੋ ਜੋ ਵੀ ਮੇਰੇ ਨਾਲ ਇੰਸੀਡੈਂਟ ਹੋਇਆ ਮੈਂ ਕਾਪੀ ਕਰਕੇ ਉਹ ਮੈਂ ਪਹਿਲਾਂ ਵੀ SSP ਸਾਹਿਬ ਨੂੰ ਦਿੱਤੀ ਸੀਗੀ, ਠੀਕ ਹੈ ਜੀ। ਉਹਦੇ ਬਾਅਦ ਮੈਂ ਇਹ ਇੰਸੀਡੈਂਟ ਬਾਰੇ ਮੈਂ ਕੇਂਦਰ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਜੀ ਨੂੰ ਵੀ ਅਵਗਤ ਕਰਾਇਆ ਸੀਗਾ ਕਿ ਮੇਰੇ ਨਾਲ ਇਹ ਘਟਨਾ ਹੋਈ ਹੈਗੀ ਹੈ। ਤੇ ਉਹਨਾਂ ਨੇ ਉਸ ਟਾਈਮ DGP ਭਵਰਾ ਜੀ ਸੀਗੇ ਤੇ ਉਹਨਾਂ ਨੂੰ ਵੀ ਇਹ ਜਿਹੜੀ ਲੈਟਰ ਹੈਗੀ ਹੈ ਆਪਣੇ ਉਹਨਾਂ ਨੇ ਇਹਨਾਂ ਨੂੰ ਭਿਜਵਾਈ ਸੀਗੀ। ਤੇ ਉਹਦੇ ਬਾਅਦ ਵੀ ਇਹ ਕਹਿੰਦੇ ਕਿ ਸੁੱਕੇ ਬਸਤੇ ਦੇ ਵਿੱਚ ਇਹ ਸਾਰੀ ਚੀਜ਼ਾਂ ਚਲੀ ਗਈਆਂ ਜੀ। ਹਰੀ ਜੀ, ਤੁਸੀਂ ਇਹ ਗੱਲ ਕਰ ਰਹੇ ਹੋ ਕਿ ਬਾਰ-ਬਾਰ ਤੁਹਾਡੀ ਗੱਡੀ ਨੂੰ ਟਾਰਗੇਟ ਕੀਤਾ ਜਾਂਦਾ, ਨਾ ਤੁਹਾਡੀ ਫੈਮਿਲੀ ਨੂੰ ਕੀਤਾ ਜਾ ਰਿਹਾ, ਨਾ ਤੁਹਾਨੂੰ ਕੀਤਾ ਗਿਆ ਕਦੇ ਵੀ। ਜਦ ਵੀ ਤੁਹਾਡੇ ਨਾਲ ਕੋਈ ਹਾਦਸਾ ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਨਾਲ ਹੁਣੀ ਥੋੜੇ ਦਿਨ ਪਹਿਲਾਂ ਵੀ ਇੱਕ ਇਨਸੀਡੈਂਟ ਹੋਇਆ। ਮੈਨੂੰ WhatsApp ਤੋਂ ਅਣਪਛਾਤੇ ਲੋਕਾਂ ਨੇ ਕਾਲ ਕੀਤੀ ਹੈ ਤੇ ਉਹਦੇ ਵਿੱਚ ਮੈਨੂੰ ਅਪਸ਼ਬਦ ਬੋਲੇ ਹੈਗੇ ਆ, ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਹੈਗੀ। ਜਾਣਦੇ ਹੋ ਉਹਨਾਂ ਬੰਦੇ ਨੂੰ? ਮੈਂ ਉਹਨਾਂ ਨੂੰ ਜਾਣਦਾ ਨਹੀਂ ਹੈ, ਸ਼ਾਇਦ ਇਹ ਕੋਈ ਰਾਜਨੀਤਿਕ ਤੌਰ ਤੇ ਕੋਈ ਹੋਊਗਾ, ਇਹ ਹੋ ਸਕਦਾ ਹੈਗਾ ਕਿਉਂਕਿ ਤੁਸੀਂ ਜਦ ਰਾਜਨੀਤੀ 'ਚ ਜਾਂ ਸੋਸ਼ਲ ਵਰਕ ਕਰਦੇ ਹੋ ਤਾਂ ਬਹੁਤ ਦੁਸ਼ਮਣ ਵੀ ਨਿਕਲਦੇ ਆ ਜਿਹੜੇ ਤੁਹਾਨੂੰ ਪਸੰਦ ਨਹੀਂ ਕਰਨਾ ਚਾਹੁੰਦੇ। ਤੇ ਇਹ ਲੋਕ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜਾਨ ਤੋਂ ਮਾਰਨ ਦੀ ਧਮਕੀ। ਤੇ ਉਹਦੇ ਬਾਅਦ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਵੀ ਚੰਡੀਗੜ੍ਹ ਅਸੀਂ ਤੁਹਾਨੂੰ ਤੇ ਤੈਨੂੰ ਠੋਕ ਦਾਂਗੇ, ਜੋ ਵੀ ਇਹਨਾਂ ਦੀ ਲੈਂਗੁਏਜ ਹੁੰਦੀ ਹੈ, ਮਾਰ ਦਾਂਗੇ, ਅਸੀਂ ਉੱਥੇ ਵੀ ਆ ਜਾਾਂਗੇ। ਇਹ ਵਾਕਿਆ ਜੀ ਹੋਇਆ, ਮੈਂ 1 ਮਿੰਟ ਤੁਹਾਨੂੰ ਦੱਸ ਦਿੰਦਾ। ਤੁਸੀਂ SSP ਸਾਹਿਬ ਨੂੰ ਜਿਹੜੀ ਕੰਪਲੇਂਟ ਦਿੱਤੀ ਹੈ ਜਿਹੜੀ ਇਹ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਉਸ ਟਾਈਮ ਆਪਣੇ SHO ਸਾਹਿਬ ਨਵੀਨਪਾਲ ਜੀ ਉਹਨਾਂ ਨੂੰ ਮੈਂ
ਕਾਲ ਕਰਕੇ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਉੱਚ ਅਧਿਕਾਰੀ ਹੈਗੇ ਆ ਉਹਨਾਂ ਨੂੰ ਇੱਕ ਵਾਰੀ ਤੁਸੀਂ ਅਵਗਤ ਕਰਾ ਦਿਓ, ਤੁਸੀਂ ਅੱਜ ਦੀ ਕਿਉਂਕਿ ਸਾਈਬਰ ਤੋਂ ਰਿਲੇਟਡ ਜਿਹੜੀ ਸੀਗੀ। ਤੁਸੀਂ ਅੱਜ ਕੰਪਲੇਂਟ ਦਿੱਤੀ ਉਹਦੇ ਵਿੱਚ ਇਹ ਵੇਰਵਾ ਪਾਇਆ? ਮੈਂ ਇਹ ਵੇਰਵਾ ਸਾਰਾ ਪਾਇਆ ਹੋਇਆ ਜੀ। ਇਹ ਜਿਹੜੀ ਘਟਨਾ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ 24 ਸਤੰਬਰ ਦੀ ਸੀਗੀ। ਅਰਾਊਂਡ ਇਹ ਕਾਲ ਆਣੀ ਸ਼ੁਰੂ ਹੋਈ ਸੀ ਮੈਨੂੰ 8:21 ਤੇ ਸ਼ਾਮ ਨੂੰ, ਈਵਨਿੰਗ ਟਾਈਮ। ਇਹ ਜਦ ਰੈਗੂਲਰ ਇਹਨਾਂ ਨੇ ਮੈਨੂੰ ਅਪਸ਼ਬਦ ਬੋਲੇ ਹੈਗੇ, ਮੈਨੂੰ ਧਮਕੀਆਂ ਦਿੱਤੀ ਹੈ। ਉਹ ਮੇਰੇ ਕੋਲ ਕਿਉਂਕਿ WhatsApp ਕਾਲ ਸੀਗੀ, ਉਹ ਰਿਕਾਰਡਿੰਗ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਦੀ, ਤੇ ਮੇਰੇ ਕੋਲ ਨਾਰਮਲ ਜਿਹੜੀ ਇਹਨਾਂ ਨੇ ਕਾਲ ਕਰੀ ਹੈ ਉਹਦੇ ਵਿੱਚ ਮੇਰੇ ਕੋਲ ਪੂਰੀ ਰਿਕਾਰਡਿੰਗ ਹੈਗੀ। ਮੈਨੂੰ ਅਪਸ਼ਬਦ ਬੋਲ ਰਹੇ ਆ ਤੇ ਮੈਨੂੰ ਧਮਕੀਆਂ ਦਿੱਤੀਆਂ, ਠੀਕ ਹੈ ਨਾ। ਮੈਂ ਤਾਂ ਕਹੂੰਗਾ ਕਿ ਇਹ ਨੰਬਰ ਟ੍ਰੇਸ ਕਰਕੇ ਇਹਨਾਂ ਤੇ ਵੀ। ਹਰੀ ਜੀ, ਇੱਕ ਵੈਸੇ ਆਪਾਂ ਇੱਕ ਸਾਨੂੰ ਸਵਾਲ ਪੁੱਛ ਰਿਹਾ ਜਾਤੀ ਤੌਰ ਦੇ ਉੱਤੇ, ਕਈ ਵਾਰ ਕੀ ਹੁੰਦਾ ਹੈ ਸਾਡੇ ਕੋਲ ਕਾਫੀ ਕੇਸ ਆਉਂਦੇ ਆ ਕਿ ਲੋਕ ਸਿਕਿਉਰਿਟੀ ਦੇ ਚੱਕਰ ਦੇ ਵਿੱਚ ਕੁਝ ਖੁਦ ਹੀ ਅਟੈਕ ਕਰਾ ਦਿੰਦੇ। ਕੁਝ ਤੁਹਾਡੇ ਮਨ 'ਚ ਕੋਈ ਇਦਾਂ ਦੀ ਮਨਸ਼ਾ, ਤੁਸੀਂ ਸਿਕਿਉਰਿਟੀ ਲੈਣਾ ਚਾਹੁੰਦੇ? ਨਹੀਂ ਦੇਖੋ ਜੀ, ਮੈਂ ਇੱਕ ਮੱਧਮ ਪਰਿਵਾਰ ਤੋਂ ਆਂਦਾ ਹੈਗਾ ਜੀ, ਠੀਕ ਹੈ ਜੀ। ਨਾ ਮੇਰਾ ਕੋਈ ਇਹੋ ਜਿਹਾ ਮੱਧਮ ਪਰਿਵਾਰ ਤੋਂ ਆਉਂਦਾ, ਨਾ ਮੇਰਾ ਇਹੋ ਜਿਹਾ ਕੋਈ ਬੈਕਗ੍ਰਾਉਂਡ ਹੈ ਕਿ ਮੈਂ ਕਿਸੇ ਤੋਂ ਲੈਣਾ ਦੇਣਾ ਜਾਂ ਇਹੋ ਜਿਹਾ ਕੁਝ ਮੇਰਾ ਹੈ ਨਹੀਂ। ਨਾ ਮੇਰਾ ਅੱਗੇ ਫਿਊਚਰ ਇਹੋ ਜਿਹਾ ਕੁਝ ਹੈ, ਨਾ ਮੈਂ ਇਹੋ ਜਿਹੀ ਚੀਜ਼ਾਂ ਅਫੋਰਡ ਕਰ ਸਕਦਾ ਹੈਗਾ ਜੀ। ਮੈਂ ਜਿੰਨਾ ਉਹਨੇ 'ਚ ਖੁਸ਼ ਹੈਗਾ। ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ। ਸਿਕਿਉਰਿਟੀ ਤਾਂ ਉਹਨਾਂ ਲੋਕਾਂ ਨੂੰ ਜ਼ਿਆਦਾ ਲੋੜ ਹੈ ਜਿਨ੍ਹਾਂ ਨੂੰ ਦਿਖਾਵਾ ਕਰਨਾ ਹੈਗਾ ਜੀ। ਤੁਸੀਂ SSP ਸਾਹਿਬ ਨੂੰ ਮਿਲੇ ਹੋ, ਤੁਸੀਂ SHO ਨੂੰ ਮਿਲੇ? ਮੈਂ ਉਹਨਾਂ ਨੂੰ ਵੀ ਸਰ, ਮੈਂ ਤੁਹਾਨੂੰ ਸੌਰੀ ਰੋਕਣਾ ਚਾਹੁੰਦਾ, ਮੈਂ ਉਹਨਾਂ ਨੂੰ ਵੀ SSP ਸਾਹਿਬ ਨੂੰ ਵੀ ਇਹੀ ਕਿਹਾ ਕਿ ਮੇਰੀ ਸਿਕਿਉਰਿਟੀ ਲੈਣਾ ਮੇਰਾ ਕੋਈ ਨਾ ਹੈਗਾ ਸੋਚ ਹੈਗੀ ਹੈ, ਨਾ ਮੈਨੂੰ ਚਾਹੀਦੀ ਹੈਗੀ ਹੈ। ਮੈਨੂੰ ਇਹ ਚਾਹੀਦੀ ਮੇਰੀ ਇਹ ਕਨਸੈਪਟ ਤੁਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹੋ? ਮੈਂ ਕਰ ਚੁੱਕਿਆ, ਅੱਜ ਵੀ ਕਲੀਅਰ ਕਰ ਚੁੱਕੇ ਹਾਂ। ਮੈਨੂੰ ਸਿਰਫ ਆਪਣੀ ਫੈਮਿਲੀ ਦੀ ਸੇਫਟੀ ਤੇ ਮੈਨੂੰ ਆਪਣੀ ਸੇਫਟੀ ਚਾਹੀਦੀ ਹੈ, ਦੈਟਸ ਇਟ। ਉਹ ਕਿਵੇਂ ਕਰੋਗੇ ਉਹਨਾਂ ਦੇ ਉੱਤੇ। ਨਹੀਂ ਤਾਂ ਮੈਂ ਅੱਜ ਵੀ ਕਹਿ ਕੇ ਆਇਆ SHO ਨਵੀਨਪਾਲ ਨੂੰ ਵੀ ਇਹ ਕਿਹਾ, ਮੈਂ ਲੈਟਰ 'ਚ ਵੀ ਕਿਹਾ, SSP ਸਾਹਿਬ ਨੂੰ ਵੀ ਕਿਹਾ ਕਿ ਮੈਨੂੰ ਤੁਸੀਂ ਪਰਮਿਸ਼ਨ ਬਕਾਇਦਾ ਲੈਟਰ ਦੇ ਵਿੱਚ ਦੇ ਦਿਓ ਕਿ ਮੈਂ ਛੱਡਦਾ ਪੰਜਾਬ। ਮੈਂ ਪੰਜਾਬ ਛੱਡ ਕੇ ਚੱਲ ਜਾਊਂਗਾ ਕਿਉਂਕਿ ਪੰਜਾਬ ਦਾ ਮਾਹੌਲ ਇਸ ਟਾਈਮ ਬਹੁਤ ਖਰਾਬ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਨਾ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜੋ ਵੀ ਹੈ ਮੈਨੂੰ ਆਪਣਾ ਪਰਿਵਾਰ ਤੇ ਮੈਨੂੰ ਆਪਣੀ ਸੇਫਟੀ ਚਾਹੀਦੀ ਹੈ। ਇਹ ਅਸੀਂ ਰੋਜ਼ ਇਹ ਜੋ ਤੋੜ ਭੰਨ ਹੈ ਗੱਡੀਆਂ ਦੇ ਨਾ, ਇਹ ਅਸੀਂ ਵੀ ਰੋਜ਼। ਕਾਰਨ ਕੀ ਹੈ? ਕਾਰਨ ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਹੀ ਕਿਉਂ ਟਾਰਗੇਟ ਹੋ? ਕਾਫੀ ਲੋਕ ਹੈ ਤੇ ਕਾਫੀ ਗੱਡੀ ਹੈ, ਕਿਆ ਕੋਈ ਪੁਰਾਣੀ ਦੁਸ਼ਮਣੀ ਹੈ? ਨਹੀਂ ਦੇਖੋ, ਮੈਂ ਤੁਹਾਨੂੰ ਐਵੇਂ ਕੋਈ ਵਪਾਰਿਕ ਤੌਰ ਤੇ ਕੋਈ ਦੁਸ਼ਮਣੀ ਹੋਵੇ? ਨਹੀਂ, ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਜੀ, ਮੇਰੀ ਹੈ ਜੀ ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ, ਨਾ ਮੇਰਾ ਕਿਸੇ ਨਾਲ ਕੋਈ ਲੈਣ ਦੇਣ ਹੈਗਾ, ਠੀਕ ਹੈ। ਅਸੀਂ ਸਾਧਾਰਨ ਪਰਿਵਾਰ ਤੋਂ ਹਾਂ, ਅਸੀਂ ਤਾਂ ਮਦਦ ਕਰਨ ਵਾਲਿਆਂ ਵਿੱਚੋਂ ਹੈਗੇ ਹਾਂ। ਅਸੀਂ ਕਿਸੇ ਨਾਲ ਫालतू ਦਾ ਖੇਬੜਨ ਵਾਲੇ ਲੋਕ ਨਹੀਂ ਹੈਗੇ ਜੀ। ਜਿਹੜਾ ਲੇਟੈਸਟ ਤੁਹਾਡੇ ਨਾਲ ਗੱਡੀ ਨਾਲ ਇਨਸੀਡੈਂਟ ਵਾਪਰਿਆ, ਤੁਸੀਂ ਕਹਿ ਰਹੇ ਹੋ 17 ਤਰੀਕ ਦੇ ਆਸ-ਪਾਸ ਦਾ ਇਹ ਘਟਨਾ ਹੈ ਰਾਤ ਦਾ। ਜੀ। ਤੇ ਉਦੋਂ ਤੋਂ ਜਦੋਂ ਤੁਸੀਂ ਪੁਲਿਸ ਨੂੰ PCR ਤੇ ਵੀ ਜਾਣਕਾਰੀ ਦਿੱਤੀ, ਹੁਣ ਤੁਸੀਂ SSP ਸਾਹਿਬ ਨੂੰ ਮਿਲੇ ਹੋ, SHO ਸਾਹਿਬ ਨੂੰ ਮਿਲੇ ਹੋ, ਕਿਆ ਪੁਲਿਸ ਨੇ ਮੌਕੇ ਵਾਰਦਾਤ ਤੇ ਆ ਕੇ ਕੋਈ CCTV ਵਗੈਰਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜੀ? ਕੋਈ ਜਾਂਚ ਪੜਤਾਲ ਕੀਤਾ ਹੋਇਆ ਹਜੇ ਤੱਕ? ਜੀ ਦੇਖੋ, ਅਸੀਂ ਸਾਡੇ ਬਹੁਤ ਰਿਕੁਐਸਟ ਕਰਨ ਦੇ ਬਾਅਦ ਜਿਹੜੇ PCR ਦੇ ਮੁਲਾਜ਼ਮ ਸੀਗੇ ਉਹ ਸਿਰਫ ਆ ਕੇ ਕੈਮਰਾ ਉਹਨਾਂ ਨੇ ਦੇਖਿਆ ਹੈਗਾ ਤੇ ਉਹ ਕਹਿੰਦੇ ਦੇਖਿਆ ਬਾਕੀਆਂ ਨਹੀਂ, ਮੈਂ ਸਾਡਾ ਦੇਖਿਆ ਤੇ ਉਹਦੇ ਬਾਅਦ ਉਹਨੇ ਕਿਹਾ ਕਿ ਇਹ ਜਿਹੜੀ ਕਾਰਵਾਈ ਹੈ ਜਿਹੜੇ ਉੱਚ ਅਧਿਕਾਰੀ ਹੈ ਉਹੀ ਦੇਖੂਗੇ ਜੀ। ਤੇ ਤੁਸੀਂ ਇਹ ਮੰਨਦੇ ਹੋ ਕਿ ਜੇ ਸਹੀ ਤਰੀਕੇ ਨਾਲ ਉਹਦੀ CCTV ਫੁਟੇਜ ਕਢਾਇਆ ਜਾਵੇ ਤਾਂ ਜਿਹੜੇ ਹਮਲਾਵਰ ਸੀਗੇ ਉਹ ਆਇਡੈਂਟੀਫਾਈ ਹੋ? ਸਰ ਦੇਖੋ, ਸਾਡੇ ਪੂਰਾ ਜਿਹੜਾ ਏਰੀਆ ਹੈ ਨਾ ਸਾਰਾ PG ਦਾ ਹੈਗਾ। ਅਣਪਛਾਤੇ ਲੋਕ ਵੀ ਇੱਥੇ PG ਸਾਰੇ ਰਹਿ ਰਹੇ ਆ ਜੀ। ਮੈਂ ਕਿਸੇ ਤੇ ਪੁਆਇੰਟ ਆਊਟ ਨਹੀਂ ਕਰਦਾ ਹੈਗਾ। ਤੇ ਆਲਮੋਸਟ ਕੈਮਰੇਜ਼ ਲੱਗੇ, ਹਾਈ ਡੈਫੀਨੇਸ਼ਨ ਕੈਮਰੇਜ਼ ਲੱਗੇ ਆ, ਆਇਡੈਂਟੀਫਾਈ ਹੋ ਸਕਦੇ ਆ। ਜੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ ਜੀ? ਪੁਲਿਸ ਚਾਹੇ ਕੀ ਨਹੀਂ ਕਰ ਸਕਦੀ? ਮਹਾਰਾਣੀ ਪ੍ਰਨੀਤ ਕੌਰ ਜਦੋਂ ਕੈਪਟਨ ਸਾਹਿਬ ਦੀ ਜਿਹੜੀ ਧਰਮ ਪਤਨੀ ਹੈ, ਉਹਨਾਂ ਦੇ ਬੈਂਕ ਤੋਂ ਪੈਸੇ ਡਿਡਕਟ ਹੋਏ ਆ ਤੇ 24 ਘੰਟੇ 'ਚ ਉਹ ਹੱਲ ਕਰ ਲਿਆ ਗਿਆ। ਇਹ ਤਾਂ ਕਿਸੇ ਦੀ ਜਾਨ ਤੋਂ ਰਿਲੇਟਡ ਹੈਗਾ ਜੀ। ਜਿਹੜੀ ਘਟਨਾ ਹੋਈ ਹੈ ਇਹ ਪੁਲਿਸ ਨਹੀਂ ਸੋਲਵ ਕਰ ਸਕਦੀ ਤੇ ਬੜੀ ਸ਼ੇਮਫੁਲ ਹੈਗੀ ਹੈ ਪੰਜਾਬ ਪੁਲਿਸ। ਠੀਕ ਹੈ। ਤੇ ਇੱਕ ਜੇ ਹੁਣ ਤੁਸੀਂ ਕਿੰਨੀ ਦੇਰ ਤੱਕ ਵੇਟ ਕਰੋਗੇ ਕਾਰਵਾਈ ਦੀ? ਜੇ ਕਾਰਵਾਈ ਨਹੀਂ ਹੁੰਦੀ, ਜੇ ਤੁਸੀਂ ਦੱਸ ਦਿਓ ਮੈਂ ਜੀ ਦੇਖੋ ਜੀ, ਮੈਂ ਤਾਂ ਤੁਹਾਡਾ ਕੀ ਸਟੈਪ? ਮੈਂ ਤੁਹਾਨੂੰ ਸਰ ਦੱਸਣਾ ਚਾਹੁੰਦਾ ਹੈ, ਮੈਂ ਤਾਂ 2020 ਤੋਂ ਵੇਟ ਕਰ ਰਿਹਾ ਇਹਨਾਂ ਦਾ। ਮੈਂ ਕਹਿ ਰਿਹਾ ਹੁਣ 2022 ਆ ਗਿਆ ਇਹ ਤਾਂ, ਤੇ ਹੁਣ ਵੀ ਜੇ ਨਾ ਹੋਇਆ ਤੇ ਆਪਣੇ ਕੋਲ ਹੋਰ ਵੀ ਬਹੁਤ ਰਾਸਤੇ ਹੈ ਜੀ। ਮੈਂ ਆਪਣਾ ਹਾਈ ਕੋਰਟ ਦਾ ਰੁਖ ਕਰਾਂਗਾ ਜੀ, ਠੀਕ ਹੈ, ਆਪਣੇ ਨਿਆਂ ਦੇ ਲੈਣ ਵਾਸਤੇ। ਬਾਕੀ ਜੇ ਪੁਲਿਸ ਕੋਲੋਂ ਕੁਝ ਨਹੀਂ ਮਿਲਦਾ ਤਾਂ ਹਾਈ ਕੋਰਟ ਦੇ ਵੱਲ ਜਾਓਗੇ? ਜੀ ਬਿਲਕੁਲ ਜੀ, ਉਹੀ ਆਖਰੀ ਰਸਤਾ ਹੈਗਾ ਜੀ। ਮੇਰੇ ਜਿਹੜੇ ਕੇਂਦਰ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਜੀ ਹੈ, ਉਹਨਾਂ ਨੇ ਵੀ ਮੈਨੂੰ ਗੌਰਤਲਬ ਕੀਤਾ 19 ਤਰੀਕ ਨੂੰ ਦਿੱਲੀ ਜੀ। ਉਹਨਾਂ ਨੇ ਵੀ ਇੱਥੇ ਸੰਗਿਆਨ ਲੈ ਕੇ ਇਹਨਾਂ ਨੂੰ ਆਲਾ ਅਧਿਕਾਰੀਆਂ ਨਾਲ ਗੱਲ ਕਰਨ ਨੂੰ ਤੇ ਲੈਟਰ ਭੇਜ ਕੇ ਉਹਨਾਂ ਤੋਂ ਜਵਾਬ ਮੰਗਣ ਵਾਸਤੇ ਕਿਹਾ ਕਿ ਤੇਰੀ ਜੋ ਵੀ ਸਹਾਇਤਾ ਹੋਗੀ ਤੁਹਾਡੀ ਮੈਂ ਪੂਰੀ ਕਰਾਂਗਾ ਜੀ। ਠੀਕ।